D4U न्यूज़ देख रहे तमाम दोस्तों को दीपक भंडारी का नमस्कार। आज हम पहुंचे हैं डॉक्टर हरजोत माइंड हील सेंटर में। यहां पर हम आपको बता दें, महिलाओं के लिए खास तौर पर वुमेन वेलनेस सेंटर की शुरुआत की गई है। ये अमृतसर का पहला ऐसा सेंटर है जहां पर मनोरोग विशेषज्ञ और जो है महिला सर्जन हैं वो मरीजों का इलाज करेंगे। ये शुरुआत की है डॉक्टर हरजोत सिंह मक्कड़ ने, जो जाने माने साइकेट्रिस्ट हैं। इनके साथ ज्वाइन किया है डॉक्टर दर्पण बांसल ने, जो कि सर्जन हैं। हम इनसे बात करेंगे कि आखिरकार ये एक नए तरह का कंसेप्ट ये क्यों लेकर आए हैं और लोगों की क्या डिमांड है। डॉक्टर साहब सत श्री अकाल जी। सत श्री अकाल दीपक जी। डॉक्टर साहब पहले तो ਤੁਹਾਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ। ਤੁਸੀਂ ਇੱਕ ਨਵਾਂ ਇਨੀਸ਼ੀਏਟਿਵ ਲਿਆ ਹੈ। ਪਹਿਲੇ ਤੁਹਾਡਾ ਕੱਲਾ ਸਾਈਕੈਟ੍ਰਿਕ ਦਾ ਕਲੀਨਿਕ ਚੱਲ ਰਿਹਾ ਸੀਗਾ, ਹੁਣ ਤੁਸੀਂ ਇੱਕ ਵੂਮਨ ਵੈਲਨੈਸ ਸੈਂਟਰ ਸ਼ੁਰੂ ਕੀਤਾ ਹੈ। ਡਾਕਟਰ ਦਰਪਣ ਬਾਂਸਲ ਤੁਹਾਡੇ ਨਾਲ ਜੁੜੇ ਨੇ। ਤੇ ਡਾਕਟਰ ਸਾਹਿਬ ਇਹ ਜ਼ਰੂਰਤ ਕਿਆ ਪਈ ਵੀ ਤੁਹਾਨੂੰ ਇੱਕ ਸਾਈਕੈਟ੍ਰਿਸਟ ਹੋਣ ਦੇ ਨਾਲ ਨਾਲ ਵੂਮਨ ਵੈਲਨੈਸ ਸੈਂਟਰ ਜਿਹੜਾ ਉਹ ਸ਼ੁਰੂ ਕਰਨਾ ਪਿਆ। ਸਭ ਤੋਂ ਪਹਿਲਾਂ ਤੇ ਦੀਪਕ ਜੀ ਮੈਂ D4U ਨਿਊਜ਼ ਦਾ ਬਹੁਤ-ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਸਾਨੂੰ ਮੌਕਾ ਦਿੱਤਾ ਹੈ ਲੋਕਾਂ ਦੇ ਰੂਬਰੂ ਹੋਣ ਦਾ ਔਰ ਵੂਮਨ ਵੈਲਨੈਸ ਸੈਂਟਰ ਬਾਰੇ ਡਿਸਕਸ ਕਰਨ ਦਾ। ਸੋ ਥੈਂਕਸ ਕਰਦਾ ਤੁਹਾਡਾ ਕਿ ਅੱਜ ਜਿਵੇਂ ਸੈਂਟਰ ਖੁੱਲ੍ਹਿਆ ਹੈਗਾ ਤਾਂ ਕੰਗ੍ਰੈਚੁਲੇਟ ਤੁਸੀਂ ਕੀਤਾ ਹੈ। ਹੁਣ ਇਹਦੇ 'ਚ ਜਿਹੜਾ ਵੂਮਨ ਵੈਲਨੈਸ ਸੈਂਟਰ ਹੈਗਾ, ਇਹਦੇ ਪਿੱਛੇ ਕਨਸੈਪਟ ਇਹ ਸੀਗਾ ਕਿ ਅਸੀਂ ਸਾਈਕੈਟ੍ਰਿਕ ਇਲਨੈਸਿਸ ਦਾ ਟਰੀਟਮੈਂਟ ਕਾਫੀ ਸਾਲਾਂ ਤੋਂ ਕਰਦੇ ਆ ਰਹੇ, ਕਰੀਬਨ 12 ਸਾਲ ਹੋ ਗਏ ਨੇ ਇਹਨੂੰ ਟਰੀਟ ਕਰਦੇ ਹਾਂ। ਸੋ ਸਾਈਕੈਟ੍ਰਿਕ ਡਿਸਆਰਡਰਸ ਨੂੰ ਟਰੀਟ ਕਰਦਿਆਂ ਮੈਂ ਇਹ ਚੀਜ਼ਾਂ ਨੋਟਿਸ ਕੀਤੀਆਂ ਕਿ ਇੱਕ ਤਾਂ ਸਾਈਕੈਟ੍ਰਿਕ ਡਿਸਆਰਡਰਸ ਨੂੰ ਸਟਿਗਮਾ ਜੁੜਿਆ ਹੋਇਆ ਸੀਗਾ, ਜੋ ਕਿ ਅਸੀਂ ਕਾਫੀ ਸਾਲਾਂ ਦੇ ਅੰਦਰ ਲੋਕਾਂ ਵਿੱਚ ਵਿਚਰ ਕੇ ਅਸੀਂ ਇਸ ਸਟਿਗਮਾ ਨੂੰ ਖਤਮ ਕੀਤਾ, ਜਿਹਦੇ ਅੰਦਰ ਵੂਮਨ ਮੈਂਟਲ ਹੈਲਥ ਜਿਹੜੀ ਹੈਗੀ ਹੈ ਜਾਂ ਸਾਈਕੋਲੋਜੀਕਲ ਹੈਲਥ ਹੈ, ਦੈਟ ਵਾਜ਼ ਇਗਨੋਰਡ ਫॉर ਕੁਆਇਟ ਅ ਲੌਂਗ ਟਾਈਮ। ਸੋ ਉਹਨੂੰ ਅਸੀਂ ਕੇਟਰ ਕਰਨ ਦੇ ਲਈ ਇੰਨੇ ਸਾਲਾਂ ਤੋਂ ਮੇਰੇ ਕੋਲ ਫੀਮੇਲ ਸਾਈਕੋਲੋਜਿਸਟ ਦੀ ਪੂਰੀ ਇੱਕ ਟੀਮ ਹੈ ਜਿਹੜੀ ਇਸ ਚੀਜ਼ ਨੂੰ ਕੇਟਰ ਕਰ ਰਹੀ ਸੀ। ਪਰ ਇਸ ਦੇ ਨਾਲ ਪਿਛਲੇ ਕਾਫੀ ਸਾਲਾਂ ਤੋਂ ਮੈਂ ਇਹ ਚੀਜ਼ ਨੋਟਿਸ ਕਰ ਰਿਹਾ ਕਿ ਇਹਦੇ ਨਾਲ ਜਿਹੜੀ ਫਿਜ਼ੀਕਲ ਹੈਲਥ ਹੈਗੀ ਹੈ ਫੀਮੇਲਸ ਦੀ, ਉਹ ਕਾਫੀ ਜ਼ਿਆਦਾ ਹੱਦ ਤੱਕ ਇਗਨੋਰਡ ਹੈ, ਕਿਉਂਕਿ ਫੀਮੇਲ ਸਰਜਨਸ ਬਹੁਤ ਘੱਟ ਅਵੇਲੇਬਲ ਨੇ। ਫੀਮੇਲਸ ਜਾ ਕੇ ਆਪਣੀਆਂ ਜਿਹੜੀਆਂ ਸਰਜੀਕਲ ਪ੍ਰੋਬਲਮਸ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਫੀਮੇਲ ਇਸ਼ੂਜ਼ ਹੈਗੇ ਨੇ ਜਾਂ ਰੀਪਰੋਡਕਟਿਵ ਇਸ਼ੂਜ਼ ਹੈਗੇ ਨੇ ਜਾਂ ਸੈਕਸ਼ੂਅਲ ਇਸ਼ੂਜ਼ ਨੇ, ਸੋ ਉਹ ਚੀਜ਼ਾਂ ਜਾ ਕੇ ਡਿਸਕਸ ਨਹੀਂ ਕੀਤੀਆਂ ਜਾਂਦੀਆਂ ਕਿਉਂਕਿ ਮੇਲਸ ਨੂੰ ਓਪਨ ਨਹੀਂ ਹੋ ਪਾਉਂਦੀਆਂ ਫੀਮੇਲਸ। ਸੋ ਇਸ ਚੀਜ਼ ਨੂੰ ਦਿਮਾਗ 'ਚ ਰੱਖਦੇ ਹੋਏ ਅਸੀਂ ਕੰਪਰੀਹੈਂਸਿਵ ਹੈਲਥ ਕੇਅਰ ਜਿਹੜਾ ਹੈਗਾ ਇੱਕ ਰੂਫ ਦੇ ਅੰਡਰ ਫॉर ਵਿਮਨ ਅਸੀਂ ਇਹ ਵੂਮਨ ਵੈਲਨੈਸ ਸੈਂਟਰ ਦੀ ਇਸ ਚੀਜ਼ ਨੂੰ ਸ਼ੁਰੂਆਤ ਕੀਤੀ ਹੈ। ਸੋ ਮੈਂ ਬਹੁਤ ਆਭਾਰੀ ਹਾਂ ਡਾਕਟਰ ਦਰਪਣ ਬਾਂਸਲ ਦਾ, ਜਿਨ੍ਹਾਂ ਨੇ ਸਾਨੂੰ ਜੁਆਇਨ ਕੀਤਾ ਔਰ ਇਸ ਵੂਮਨ ਸੈਂਟਰ ਦੀ ਜਿਹੜੀ ਜਿਹੜੀ ਫਿਜ਼ੀਕਲ ਹੈਲਥ ਹੈਗੀ ਹੈ, ਜਿਹੜੀਆਂ ਮੈਡੀਕਲ ਔਰ ਸਰਜੀਕਲ ਇਸ਼ੂਜ਼ ਨੇ, ਉਹ ਡਾਕਟਰ ਦਰਪਣ ਬਾਂਸਲ ਇਸ ਚੀਜ਼ ਨੂੰ ਕੇਟਰ ਕਰਨਗੇ। ਅੱਛਾ ਡਾਕਟਰ ਸਾਹਿਬ, ਤੁਸੀਂ ਲੰਬੇ ਸਮੇਂ ਤੋਂ ਸਾਈਕੈਟ੍ਰਿਸਟ ਜਿਹੜੇ ਮਨੋਰੋਗੀ ਨੇ ਉਹਨਾਂ ਦਾ ਇਲਾਜ ਕਰ ਰਹੇ ਹੋ। ਅਸੀਂ ਜੇ ਗੱਲ ਕਰੀਏ ਫੀਮੇਲਸ ਦੇ ਵਿੱਚ, ਜਿਸ ਕਰਕੇ ਤੁਹਾਨੂੰ ਸ਼ੁਰੂ ਕਰਨਾ ਪਿਆ ਕਿ ਇੱਕ ਜੁਆਇੰਟ ਵੈਂਚਰ, ਡਿਪਰੈਸ਼ਨ ਦੀ ਕੀ ਵਜ੍ਹਾ ਹੈ, ਇਹ ਕਿਉਂ ਸ਼ਿਕਾਰ ਹੋ ਰਹੀਆਂ? ਡਿਪਰੈਸ਼ਨ ਦੀਆਂ ਫੀਮੇਲਸ ਦੇ ਅੰਦਰ ਬਹੁਤ ਕਾਰਨ ਨੇ। ਦੇਖੋ, ਡਿਪਰੈਸ਼ਨ ਦੀ ਅਗਰ ਆਪਾਂ ਨਾਰਮਲ ਪੋਪੂਲੇਸ਼ਨ 'ਚ ਗੱਲ ਕਰੀਏ ਤਾਂ ਕਰੀਬਨ 1 ਤੋਂ 2% ਲੋਕ ਜਿਹੜੇ ਹੈਗੇ ਨੇ, ਇਨਸੀਡੈਂਸ ਜਿਹੜਾ ਹੈਗਾ 1 ਤੋਂ 2% ਲੋਕਾਂ ਦੇ ਵਿੱਚ ਡਿਪਰੈਸ਼ਨ ਦੀਆਂ ਪ੍ਰੋਬਲਮਸ ਨੇ। ਇਹ ਬਹੁਤ ਇੱਕ ਹਾਈ ਕੁਆਂਟਮ ਆਫ ਪ੍ਰੋਬਲਮ ਹੈਗੀ ਹੈ। ਫੀਮੇਲਸ ਦੇ ਅੰਦਰ ਇਹ ਵੱਧ ਇਸ ਤਰੀਕੇ ਜਾਂਦਾ ਹੈ ਕਿ ਸਟਿਗਮਾ, ਕਿਉਂਕਿ ਸਾਡੇ ਪਿੰਡਾਂ 'ਚ ਔਰ ਸ਼ਹਿਰਾਂ 'ਚ ਵੀ ਕਾਫੀ ਜ਼ਿਆਦਾ ਲੱਗਿਆ, ਲੋਕ ਝਾੜ ਫੂਕ ਕਰਾਉਂਦੇ ਰਹਿੰਦੇ ਨੇ ਔਰ ਡਿਪਰੈਸ਼ਨ ਦਾ ਮੈਡੀਕਲ ਜਾਂ ਸਾਈਕੋਲੋਜੀਕਲ ਟਰੀਟਮੈਂਟ ਜਿਹੜਾ ਹੈਗਾ ਉਹ ਨਹੀਂ ਕੀਤਾ ਜਾਂਦਾ। ਡਾਕਟਰ ਕੋਲ ਆਉਣ ਦੇ ਲਈ ਲੋਕਾਂ ਨੂੰ ਡਰ ਲੱਗਦਾ। ਦੂਸਰੀ ਗੱਲ ਇਹ ਹਿੰਡਰੈਂਸ ਬਣ ਜਾਂਦੀ ਹੈ ਕਿ ਜਦੋਂ ਫੀਮੇਲਸ ਨੇ ਆਪਣੀ ਕੋਈ ਡਿਸਕਸ਼ਨ ਕਰਨੀ ਹੋਵੇ ਤੇ ਸਾਹਮਣੇ ਮੇਲਸ ਬੈਠੇ ਹੁੰਦੇ ਨੇ, ਸੋ ਕਈ ਹਿਚਸ ਆਉਂਦੇ ਨੇ ਇਸ ਚੀਜ਼ ਦੇ ਅੰਦਰ ਔਰ ਉਹ ਲੋਕ ਡਿਸਕਸ ਨਹੀਂ ਕਰ ਪਾਉਂਦੇ। ਇਸ ਦੇ ਨਾਲ ਜਿਹੜੀ ਫਿਜ਼ੀਕਲ ਹੈਲਥ ਆ ਉਸ ਦੇ ਬਾਰੇ ਵੀ ਡਿਸਕਸ਼ਨ ਨਹੀਂ ਹੋ ਪਾਉਂਦੀ ਔਰ ਕਿਉਂਕਿ ਜ਼ਿਆਦਾ ਜਿਹੜਾ ਹੈਗਾ ਮੇਲ ਡੋਮੀਨੇਟਡ ਫੀਲਡ ਹੈਗੇ ਨੇ, ਸਾਈਕੈਟਰੀ ਵੀ ਔਰ ਸਰਜਰੀ ਵੀ, ਇਹ ਦੋ ਮੇਲ ਡੋਮੀਨੇਟਡ ਫੀਲਡ ਨੇ। ਆਈ ਐਮ ਅ ਮੇਲ, ਸੋ ਕਾਫੀ ਵਾਰੀ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਕਿ ਇੱਕ ਫੀਮੇਲ ਜਿਹੜੇ ਡਿਸਆਰਡਰਸ ਨੇ, ਜਿਹੜੇ ਫਿਜ਼ੀਕਲ ਡਿਸਆਰਡਰਸ ਨੇ ਜਾਂ ਫੀਮੇਲ ਰਿਪਰੋਡਕਟਿਵ ਡਿਸਆਰਡਰਸ ਨੇ, ਉਹਨਾਂ ਲਈ ਅਸੀਂ ਰੈਫਰ ਕਰਦੇ ਸੀਗੇ ਕੇਸਿਸ। ਸੋ ਇਹ ਡਿਸਕਸ ਕੀਤਾ ਕਿ ਇਹ ਚੀਜ਼ਾਂ ਨੂੰ ਇਨ ਹਾਊਸ ਕੀਤਾ ਜਾ ਸਕਦਾ ਹੈ, ਇੱਕ ਰੂਫ ਦੇ ਅੰਡਰ ਇਹ ਚੀਜ਼ਾਂ ਨੂੰ ਲਿਆਂਦਾ ਜਾ ਸਕਦਾ ਹੈਗਾ ਤਾਂ ਜੋ ਇਸ ਦਾ ਸਟਿਗਮਾ ਘਟਾਇਆ ਜਾ ਸਕੇ ਔਰ ਇਹ ਜਿਹੜੇ ਡਿਸਆਰਡਰ ਸਾਡੀ ਸੁਸਾਇਟੀ ਵਿੱਚ ਕਾਫੀ ਸਾਲਾਂ ਤੋਂ ਪ੍ਰਚਲਿਤ ਨੇ, ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ। ਸੋ ਫੀਮੇਲ ਹੈਲਥ ਦੀ ਅਗਰ ਮੈਂਟਲ ਹੈਲਥ ਦੀ ਗੱਲ ਕਰ ਰਿਹਾ ਹੈਗਾ ਤਾਂ ਉਹਨਾਂ ਦੇ ਬਹੁਤ ਪੱਕੀ ਕਾਰਨ ਨੇ ਕਿ ਅੱਜ ਤੋਂ ਪਹਿਲਾਂ ਅਗਰ ਆਪਾਂ ਡਾਊਰੀ ਦੀ ਗੱਲ ਕਰ ਰਹੇ ਹਾਂ, ਕੁਝ ਸਾਲ ਪਹਿਲਾਂ ਤੱਕ ਡਾਊਰੀ ਸੀਗੀ, ਫਿਰ ਹੁਣ ਜਿਹੜੀ ਹੈਗੀ ਹੈ ਬੱਚਿਆਂ ਨੂੰ ਲੈ ਕੇ ਵੀ ਦਿੱਕਤ ਆ ਜਾਂਦੀ ਹੈਗੀ ਹੈ ਕਿ
ਜੀ ਮੇਲਸ ਕਿਉਂ ਨਹੀਂ ਹੈਗੇ, ਕਿਉਂਕਿ ਇਗਨੋਰੈਂਸ ਸਾਡੀ ਸੋਸਾਇਟੀ ਦੇ ਅੰਦਰ ਹੈ। ਫਿਰ ਉਸ ਤੋਂ ਅਗਰ ਅੱਗੇ ਆਈਏ ਤੇ ਅੱਜ ਕੱਲ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀਆਂ ਫੈਮਲੀਜ਼ ਦੀ ਕੋਵਿਡ ਪੋਸਟ ਕੋਵਿਡ ਸਿਚੁਏਸ਼ਨ ਦੇ ਅੰਦਰ ਕਾਫੀ ਜ਼ਿਆਦਾ ਪ੍ਰੋਬਲਮੈਟਿਕ ਹੈਗੀ ਹੈ। ਅਗਰ ਉਸ ਤੋਂ ਹੋਰ ਅੱਗੇ ਆਵਾਂਗੇ ਤਾਂ ਕਿਉਂਕਿ ਸਾਈਕੈਟ੍ਰਿਕ ਡਿਸਆਰਡਰਸ ਔਰ ਫੀਮੇਲ ਰਿਪਰੋਡਕਟਿਵ ਡਿਸਆਰਡਰਸ ਦੇ ਨਾਲ ਸਟਿਗਮਾ ਬਹੁਤ ਜ਼ਿਆਦਾ ਜੁੜਿਆ, ਸੋ ਓਪਨਨੈਸ ਨਾਲ ਲੋਕ ਗੱਲ ਨਹੀਂ ਕਰ ਪਾਉਂਦੇ ਹੈਗੇ। ਸੋ ਇਹ ਸਾਰੇ ਫੈਕਟਰਸ ਨੇ ਜਿਨ੍ਹਾਂ ਨੂੰ ਅਸੀਂ ਇੱਕ ਛੱਤ ਦੇ ਅੰਦਰ ਜਿਹੜਾ ਹੈਗਾ ਇਹਨਾਂ ਨੂੰ ਟਰੀਟ ਕਰਾਂਗੇ ਔਰ ਇਹਨਾਂ ਨੂੰ ਅਸੀਂ ਇੱਕ ਰੂਫ ਦੇ ਅੰਦਰ ਅਸੀਂ ਇਹਨਾਂ ਦੇ ਇਨ ਹਾਊਸ ਡਾਇਗਨੋਸਟਿਕਸ ਵੀ ਸਾਡੇ ਕੋਲ ਹੈਗੇ ਨੇ ਜੋ ਕਿ ਅਸੀਂ ਇਹਨਾਂ ਦੀਆਂ ਨੀਡਸ ਨੂੰ ਕੇਟਰ ਕਰ ਪਾਵਾਂਗੇ। ਅੱਛਾ ਡਾਕਟਰ ਸਾਹਿਬ, ਤੁਹਾਨੂੰ ਲੱਗਦਾ ਕਿ ਜਿਵੇਂ ਫੀਮੇਲਸ ਪਹਿਲੇ ਤਾਂ ਇੱਕੋ ਉਹਨਾਂ ਨੂੰ ਘਰ ਹੀ ਰਹਿਣ ਦੀ ਆਜ਼ਾਦੀ ਸੀ, ਬਾਹਰ ਆਉਣ ਦੀ ਆਜ਼ਾਦੀ ਨਹੀਂ ਸੀਗੀ, ਫੀਮੇਲਸ ਨੂੰ ਹੁਣ ਬਾਹਰ ਕੰਮ ਵੀ ਕਰਨਾ ਪੈ ਰਿਹਾ ਹੈ, ਘਰ ਦਾ ਵੀ ਬੋਝ ਹੈ, ਬੱਚਿਆਂ ਨੂੰ ਵੀ ਦੇਖਣਾ ਹੈ, ਪੂਰੀ ਫੈਮਿਲੀ ਨੂੰ ਵੀ ਦੇਖਣਾ ਹੈ, ਕਿਤੇ ਉਹ ਵੀ ਇਹਨਾਂ ਦੇ ਡਿਪਰੈਸ਼ਨ ਦਾ ਕਾਰਨ ਬਣ ਰਿਹਾ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਫੈਕਟਰ ਹੈ ਕਿਉਂਕਿ ਹੁਣ ਬੋਥ ਜਿਹੜੇ ਮੇਲ ਤੇ ਫੀਮੇਲ ਹਸਬੈਂਡ ਵਾਈਫ ਹੈਗੇ ਨੇ ਉਹ ਵਰਕਿੰਗ ਹੈਗੇ ਨੇ ਔਰ ਉਹਨਾਂ ਦੇ ਵਰਕਿੰਗ ਹੋਣ ਦੇ ਨਾਲ ਜਿਹੜੀ ਫੀਮੇਲ ਆ ਉਹਨੂੰ ਘਰ ਦਾ ਕੰਮ ਵੀ ਦੇਖਣਾ ਪੈਂਦਾ ਹੈਗਾ, ਇਨ-ਲॉज ਦੀਆਂ ਐਕਸਪੈਕਟੇਸ਼ਨਸ ਤੇ ਵੀ ਖਰੇ ਉਤਰਨਾ ਪੈਂਦਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਔਰ ਬੱਚਿਆਂ ਦਾ ਹੋਮਵਰਕ ਅੱਜ ਕੱਲ ਅਗਰ ਆਪਾਂ ਦੇਖੀਏ ਤੇ ਆਨਲਾਈਨ ਹੋਮਵਰਕ ਚੱਲ ਰਿਹਾ, ਸੋ ਉਹ ਸਾਰਾ ਬਰਡਨ ਵੀ ਫੀਮੇਲਸ ਦੇ ਉੱਪਰ ਹੀ ਆ ਰਿਹਾ ਹੈਗਾ। ਸੋ ਫੀਮੇਲ ਸਟ੍ਰੈਸ ਜਿਹੜਾ ਹੈਗਾ ਉਹਦਾ ਲੈਵਲ ਕਾਫੀ ਜ਼ਿਆਦਾ ਹੈਗਾ ਔਰ ਹਰ ਤਰ੍ਹਾਂ ਦੀ ਐਕਸਪੈਕਟੇਸ਼ਨਸ ਨੂੰ ਫੀਮੇਲਸ ਨੂੰ ਪੂਰਾ ਕਰਨਾ ਪੈਂਦਾ। ਸੋ ਉਹਨਾਂ ਚੀਜ਼ਾਂ ਦੇ ਕਾਰਨ ਇੱਕ ਡੈਫੀਨਿਟਲੀ ਇੱਕ ਬਹੁਤ ਵੱਡਾ ਕੰਟਰੀਬਿਊਟਰੀ ਫੈਕਟਰ ਹੈਗਾ। ਅੱਛਾ ਡਾਕਟਰ ਸਾਹਿਬ, ਇਹ ਵੀ ਸਾਡੇ ਧਿਆਨ 'ਚ ਆਇਆ ਵੀ ਜਦੋਂ ਅੱਜ ਕੱਲ੍ਹ ਡਿਪਰੈਸ਼ਨ ਕਰਕੇ ਕਹਿ ਲਓ ਜਾਂ ਜਦੋਂ ਸ਼ਾਦੀ ਹੁੰਦੀ ਹੈ, ਫਸਟ ਨਾਈਟ ਨੂੰ ਲੈ ਕੇ ਜਿਹੜੀਆਂ ਉਹ ਟੈਨਸ਼ਨ ਦੋਨੋਂ ਤਰਫ ਹੁੰਦੀ ਹੈ, ਮੇਲ 'ਚ ਵੀ ਤੇ ਫੀਮੇਲ 'ਚ ਵੀ, ਇਹਦਾ ਕੀ ਕਾਰਨ ਹੈ? ਦੇਖੋ ਮੇਲਸ ਦੇ ਅੰਦਰ ਵੀ ਔਰ ਫੀਮੇਲਸ ਦੇ ਅੰਦਰ ਵੀ ਫਰਸਟ ਨਾਈਟ ਨੂੰ ਲੈ ਕੇ ਕਾਫੀ ਦਿੱਕਤਾਂ ਜਾਂ ਮਨ ਦੇ ਅੰਦਰ ਆਫਟਰ ਮੈਰਿਜ ਦੀ ਗੱਲ ਅਗਰ ਆਪਾਂ ਕਰੀਏ ਤਾਂ ਮਨ ਦੇ ਅੰਦਰ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਮੈਂ ਕਪਲਸ ਦੇ ਅੰਦਰ ਦੇਖਿਆ ਕਿ ਸਟ੍ਰੈਸ ਬਹੁਤ ਜ਼ਿਆਦਾ ਹੈਗਾ। ਸੋ ਬੜੇ ਫਰੈਸ਼ ਕਪਲ ਸਾਡੇ ਕੋਲ ਆਉਂਦੇ ਨੇ, ਨਵੇਂ ਨਿਊਲੀ ਵੈਡ ਕਪਲਸ ਆਉਂਦੇ ਨੇ ਜਿਨ੍ਹਾਂ ਦੇ ਅੰਦਰ ਸੈਕਸ਼ੂਅਲ ਨੌਲੇਜ ਦੀ ਕਮੀ ਹੁੰਦੀ ਹੈਗੀ, ਬਿਕੋਜ਼ ਅਗਰ ਹੁਣ ਆਪਾਂ ਗੱਲ ਕਰੀਏ ਤਾਂ ਇਟ ਇਜ਼ ਆਲ ਕੰਪੀਟੀਟਿਵ ਸੁਸਾਇਟੀ। ਸੋ ਰਿਲੇਸ਼ਨਸ਼ਿਪਸ ਨੂੰ ਲੈ ਕੇ ਜਾਂ ਸੈਕਸ਼ੂਅਲ ਹੈਲਥ ਨੂੰ ਲੈ ਕੇ ਬਹੁਤ ਜ਼ਿਆਦਾ ਗਾਈਡੈਂਸ ਹੀ ਨਹੀਂ ਮਿਲੀ ਹੁੰਦੀ। ਫੀਮੇਲਸ ਦੇ ਅੰਦਰ ਡਾਕਟਰ ਦਰਪਨ ਬਾਂਸਲ ਕਾਫੀ ਡਿਟੇਲਸ ਤੁਹਾਡੇ ਨਾਲ ਹੁਣੇ ਗੱਲ ਕਰਨਗੇ। ਮੇਲਸ ਬਾਰੇ ਇਹ ਹੈਗਾ ਕਿ ਪਰਫਾਰਮੈਂਸ ਐਂਗਜ਼ਾਇਟੀ ਹੈਗੀ ਹੈ। ਫਿਰ ਸਾਡੀ ਸੁਸਾਇਟੀ ਦੇ ਅੰਦਰ ਅਗਰ ਆਪਾਂ ਗੱਲ ਕਰੀਏ ਤੇ ਡਰੱਗ ਡਿਪੈਂਡੈਂਸ ਜਾਂ ਹੋਰ ਨਸ਼ਿਆਂ ਦੇ ਕਰਕੇ ਬਹੁਤ ਜ਼ਿਆਦਾ ਪ੍ਰੋਬਲਮਸ ਹੈਗੀਆਂ। ਇਰੈਕਸ਼ਨ ਡਿਸਆਰਡਰਸ ਜਿਹੜੇ ਹੈਗੇ ਨੇ ਉਹ ਕਾਫੀ ਜ਼ਿਆਦਾ ਹੈਗੇ ਨੇ ਔਰ ਇਰੈਕਟਾਈਲ ਡਿਸਫੰਕਸ਼ਨ ਜਾਂ ਪ੍ਰੀਮੈਚੁਰ ਇਰੈਕੂਲੇਸ਼ਨ ਇਹ ਚੀਜ਼ ਹੈਗੀ ਹੈ। ਪਰਫਾਰਮੈਂਸ ਐਂਗਜ਼ਾਇਟੀ ਬਹੁਤ ਜ਼ਿਆਦਾ ਹੁੰਦੀ ਹੈ ਫਰਸਟ ਨਾਈਟ ਨੂੰ, ਜਿਹੜੇ ਮੇਲਸ ਹੈਗੇ ਉਹਨਾਂ ਨੂੰ ਹੁੰਦੀ ਹੈਗੀ ਆ। ਸੋ ਇਹ ਸਾਰੇ ਕਾਰਨ ਜਿਹੜੇ ਹੈਗੇ ਆ, ਇਹਨਾਂ ਕਾਰਨਾਂ ਦੇ ਕਰਕੇ ਬਹੁਤ ਮੇਲ ਸਾਡੇ ਕੋਲ ਆਉਂਦੇ ਨੇ ਇਹਨਾਂ ਪ੍ਰੋਬਲਮਸ ਦੇ ਹੱਲ ਵਾਸਤੇ। ਇੰਪੋਟੈਂਸੀ ਵੀ ਇੰਪੋਟੈਂਸੀ ਇਜ਼ ਕਾਲਡ ਇਰੈਕਟਾਈਲ ਡਿਸਫੰਕਸ਼ਨ। ਸੋ ਉਹਦੇ ਬਾਰੇ ਹੀ ਆਪਾਂ ਗੱਲ ਕਰ ਰਹੇ ਸੀਗੇ ਹੁਣੇ। ਜਿਹੜੀ ਇੰਪੋਟੈਂਸੀ ਔਰ ਪ੍ਰੀਮੈਚੁਰ ਇਰੈਕੂਲੇਸ਼ਨ ਹੈ, ਦਿਸ ਇਜ਼ ਅ ਵੈਰੀ ਕਾਮਨ ਪ੍ਰੋਬਲਮ ਐਂਡ ਇਟ ਹੈਜ਼ ਮਲਟੀਪਲ ਫੈਕਟਰਸ। ਡਿਪਰੈਸ਼ਨ ਇੱਕ ਕਾਰਨ ਹੈਗਾ, ਐਂਗਜ਼ਾਇਟੀ ਇੱਕ ਕਾਰਨ ਹੈਗੀ ਹੈ ਇਸ ਚੀਜ਼ ਦਾ, ਜਾਂ ਕੋਈ ਹੋਰ ਸਾਈਕੈਟ੍ਰਿਕ ਡਿਸਆਰਡਰਸ ਨੇ ਉਹਨਾਂ ਦੇ ਨਾਲ ਇਹ ਰਿਲੇਟਡ ਪ੍ਰੋਬਲਮ ਹੁੰਦੀ ਹੈ। ਇਨਸੋਮਨੀਆ ਜਾਂ ਨੀਂਦ ਦੀ ਜਿਹੜੀ ਬਿਮਾਰੀ ਹੈ ਉਹਦੇ ਕਰਕੇ ਵੀ ਇਹ ਚੀਜ਼ ਹੋ ਜਾਂਦੀ ਹੈਗੀ ਆ। ਤੋ ਇਹ ਸਾਰੇ ਫੈਕਟਰਸ ਜਿਹੜੇ ਹੈਗੇ ਆ ਇਰੈਕਟਾਈਲ ਡਿਸਫੰਕਸ਼ਨ ਜਾਂ ਇਸ ਚੀਜ਼ ਨੂੰ ਕੰਟਰੀਬਿਊਟ ਕਰਦੇ ਨੇ, ਜਾਂ ਲਾਸ ਆਫ ਲਿਬਿਡੋ ਜਿਹਨੂੰ ਕਹਿ ਦਿੰਦੇ ਆ, ਉਹ ਸਾਰੇ ਕੰਟਰੀਬਿਊਟ ਕਰਦੇ। ਡਾਕਟਰ ਸਾਹਿਬ ਤੁਸੀਂ ਕੁਝ ਹੋਰ ਕਹਿਣਾ ਚਾਹੋ ਦਰਸ਼ਕਾਂ ਨੂੰ, ਕਿਉਂਕਿ ਅਸੀਂ ਡਾਕਟਰ ਦਰਪਨ ਬਾਂਸਲ ਨਾਲ ਵੀ ਇਸ ਤੋਂ ਬਾਅਦ ਗੱਲ ਕਰਾਂਗੇ ਜੀ। ਸੋ ਸਭ ਤੋਂ ਪਹਿਲਾਂ ਤੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਅਗਰ ਸਭ ਨੂੰ ਲੋਕਾਂ ਨੂੰ ਇਹ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਔਰ ਬਹੁਤ ਕਾਮਨ ਪ੍ਰੋਬਲਮਸ ਨੇ, ਕਰੀਬਨ 2 ਤੋਂ ਲੈ ਕੇ 20% ਲੋਕਾਂ ਨੂੰ ਜਿਹੜੇ ਸਾਈਕੈਟ੍ਰਿਕ ਡਿਸਆਰਡਰਸ ਔਰ ਸਾਈਕੋਲੋਜੀਕਲ ਡਿਸਆਰਡਰਸ ਜਿਹੜੇ ਹੈਗੇ ਆ ਲੋਕਾਂ ਦੇ ਵਿੱਚ ਕਾਮਨ ਨੇ। ਇਸ ਦੇ ਨਾਲ ਹੀ ਜਿਹੜੀਆਂ ਵਿਮਨ ਹੈਗੀਆਂ, ਵਿਮਨ ਜਿਹੜੀ ਹੈਲਥ ਆ, ਫਿਜ਼ੀਕਲ ਹੈਲਥ ਹੈਗੀ ਹੈ ਜਾਂ ਸਾਈਕੋਲੋਜੀਕਲ ਜਾਂ ਮੈਂਟਲ ਹੈਲਥ ਹੈਗੀ ਹੈ, ਇਹ ਫੈਕਟਰਸ ਕਾਫੀ ਜ਼ਿਆਦਾ ਇਗਨੋਰਡ ਸਾਡੀ ਸੁਸਾਇਟੀ ਦੇ ਅੰਦਰ ਹੈਗੇ ਨੇ। ਔਰ ਇਸ ਕਰਕੇ ਇਗਨੋਰਡ ਨੇ ਕਿਉਂਕਿ ਅਸੀਂ ਘਰੋਂ ਨਿਕਲ ਕੇ ਗੱਲ ਨਹੀਂ ਕਰਦੇ, ਕਿਉਂਕਿ ਅਸੀਂ ਸੋਚਦੇ ਹਾਂ ਕਿ ਅਗਰ ਅਸੀਂ ਇਹਨਾਂ ਬਿਮਾਰੀਆਂ ਬਾਰੇ ਡਿਸਕਸ ਕਰਾਂਗੇ ਤਾਂ ਉਹਦੇ ਨਾਲ ਸਟਿਗਮਾ ਬਹੁਤ ਲੱਗਿਆ ਹੋਇਆ ਕਿ ਜੀ ਅਸੀਂ ਸਾਈਕੈਟ੍ਰਿਸਟ ਕੋਲ ਜਾ ਰਹੇ ਹਾਂ ਜਾਂ ਦਿਮਾਗ ਦੇ ਡਾਕਟਰ ਕੋਲ ਜਾ ਰਹੇ ਹਾਂ। ਸੋ ਸਾਨੂੰ ਰਲ ਕੇ ਇਸ ਸਟਿਗਮਾ ਨੂੰ ਖਤਮ ਕਰਨਾ। ਡਿਸਆਰਡਰਸ ਦਾ ਟ੍ਰੀਟਮੈਂਟ ਬਹੁਤ ਹੀ ਸੁਚੱਜੂ ਢੰਗ ਦੇ ਨਾਲ, ਹਰ ਕਿਸਮ ਦੀ ਬਿਮਾਰੀ ਦਾ ਸੁਚੱਜੂ ਢੰਗ ਦੇ ਨਾਲ ਇਹ ਟ੍ਰੀਟਮੈਂਟ ਅਵੇਲੇਬਲ ਹੈਗਾ, ਪਰ ਉਹ ਤਾਂ ਹੀ ਪੋਸੀਬਲ ਹੈ ਜੇ ਅਸੀਂ ਨਿਕਲ ਕੇ ਆਪਣੇ ਘਰੋਂ ਨਿਕਲ ਕੇ ਅਸੀਂ ਗੱਲ ਕਰੀਏ। ਝਾੜੇ ਫੂਕੇ ਬਾਰੇ ਅਸੀਂ ਨਾ ਜਾਈਏ ਔਰ ਇੱਕ ਸਿਆਣੇ ਪੜ੍ਹੇ ਲਿਖੇ ਡਾਕਟਰ ਕੋਲੇ, ਜਿਹੜੇ ਵੈਲ ਕੁਆਲੀਫਾਈਡ ਡਾਕਟਰਸ ਔਰ ਸਾਡੇ ਕੋਲ ਜਿਸ ਤਰ੍ਹਾਂ ਇੱਥੇ ਇੱਕ ਪੂਰੀ ਟੀਮ ਅਵੇਲੇਬਲ ਹੈਗੀ ਹੈ, ਸੋ ਉਹਨਾਂ ਕੋਲ ਆ ਕੇ ਆਪਾਂ ਆਪਣੀ ਗੱਲ ਰੱਖੀਏ ਤਾਂ कि ਉਹਨਾਂ ਚੀਜ਼ਾਂ ਦਾ इलाज ਜਿਹੜਾ है वो इजीली पॉसिबल हो सके। धन्यवाद हमारे साथ बात करने के लिए। ये थे डॉक्टर हरजोत सिंह मक्कड़, जिन्होंने बताया है कि मानसिक बीमारी को हल्के से ना लें और ना ही इसे छिपाएं।
अपने डॉक्टर से संपर्क करें, हर एक चीज़ का इलाज इनके पास। हम अब बात करेंगे डॉक्टर दर्पण बांसल के साथ। ये सर्जन हैं, इन्होंने ही यहाँ पर ये ज्वाइन किया है। इनसे बात करते हैं। हमारे साथ हैं डॉक्टर दर्पण बांसल, ये सर्जन हैं। इनसे बात करते हैं कि आखिरकार इन्होंने एक साइकेट्रिस्ट के साथ यहाँ पर वुमेन वेलनेस सेंटर जो है उसकी शुरुआत क्यों करने की ज़रूरत पड़ी, क्या ये समय की डिमांड है? डॉक्टर साहब नमस्कार जी। नमस्ते दीपक जी, एंड थैंक यू D4U। वुमेन वेलनेस सेंटर हमने डॉक्टर हरजोत सिंह न्यूरो साइकेट्री सेंटर में ओपन किया है। इसकी अगर मैं बोलूं कि हमने क्यों शुरुआत की, उसका कारण ये था कि मेरे पास काफ़ी पेशेंट्स आते हैं ब्रेस्ट डिसऑर्डर के साथ या एब्डोमिनल प्रॉब्लम के साथ। 50% ऑफ ये वाली जो प्रॉब्लम्स हैं दे हैव देयर रिलेशन इन एसोसिएशन विद डिप्रेशन। तो उसमें ये था कि हमें पेशेंट्स को बोलना पड़ता था कि आप जी साइकेट्रिस्ट के पास जाएं। एंड बाय द टाइम, जैसे डॉक्टर हरजोत ने बताया कि ये एक स्टिग्मा है कि अगर हम बोलें कि साइकेट्रिस्ट के पास जाना है, हमारे ऑफिस में निकलते सारे ही वो कहते थे कि नहीं, दवाई खा के देख लेते हैं, नहीं जाना कहीं पर। इसी कारण हमने एक ही सेंटर में एक ही रूफ के अंडर खोला है, क्योंकि एसोसिएशन है। एंड बुक्स भी यही कहते हैं कि जो मेनली जो बिनाइन डिसऑर्डर्स हैं ब्रेस्ट के या एब्डोमिनल प्रॉब्लम्स, दे हैव द रिलेशन विद डिप्रेशन, सो दैट दे कैन बी ट्रीटेड अंडर वन सेंटर। अच्छा डॉक्टर साहब, तो क्या इसका मतलब ये है, ये जो डिप्रेस्ड पेशेंट खास करके जो लेडीज महिलाएं होती हैं, तो ये इनफर्टिलिटी का कारण भी बनता है? डेफिनेटली, ऑलमोस्ट मोर देन 50% ऑफ द कॉज ऑफ इनफर्टिलिटी इज द डिप्रेशन इन बोथ मेल्स एंड फीमेल्स। एंड हमारी सोसाइटी में अभी मेल्स फिर भी ओपन अप होना शुरू हो गए हैं जी, बट बिकॉज ऑफ लैक ऑफ फीमेल डॉक्टर्स एंड बिकॉज ऑफ लैक ऑफ की फीमेल्स ने डिस्कशन नहीं करनी है मेल डॉक्टर्स के साथ, तो फीमेल वाला डिप्रेसिव पार्ट अभी भी इग्नोरेंट है, वो नहीं आती हैं ओपन अप होने के लिए। दैट इज अगेन वन ऑफ द इनिशिएटिव फैक्टर्स। अच्छा डॉक्टर साहब, हम बात करें तो भाई ऐसे कितने परसेंट जो है, परसेंटेज का क्या है कि जो डिप्रेशन मानसिक तनाव के कारण जो कपल है, दोनों में से अगर किसी एक को भी तनाव है तो वो बेबी प्रोड्यूस नहीं कर पाते हैं? हाँ जी सर, मैं वही बोल रही हूँ कि मोर देन 50% ऐसे चांसेस हैं कि इनफर्टिलिटी का कॉज लाइज अंडर बिकॉज ऑफ डिप्रेशन। अगर हम उसको ट्रीट करेंगे तो डेफिनेटली हार्मोनल इम्बैलेंस जो है वो ठीक होगा एंड इनफर्टाइल कपल्स कैन हैव अ बेबी। तो डॉक्टर साहब, आपको क्या लगता है कि फीमेल हेल्थ इग्नोर्ड है? डेफिनेटली सर, इग्नोर्ड है। मेरे पास जो पेशेंट्स आते हैं, स्पेशली अगर मैं कैंसर की बात करूं, ब्रेस्ट कैंसर और गायनी कैंसर्स की, वो एडवांस स्टेजेस में आते हैं। एडवांस स्टेज में आने का मतलब है कि वो प्राइमरीली उन्होंने पहले जो कोई स्टेज जो ट्रीटेबल चीज है उसको दिखाया ही नहीं, और वो ना दिखाने का कारण है शाइनेस भी आगे जिस भी डॉक्टर के पास जाते हैं, बिकॉज आवर डॉक्टर फर्टिलिटी इज स्टिल डोमिनेटेड बाय मेल्स एंड आई एम द ओनली फीमेल सर्जन। तो उसमें लोगों को यही जागरूकता देनी है कि आप ओपन अप कीजिए, हमारे पास आइए, एंड जो चीज ट्रीटेबल है प्राइमरी स्टेज में उसको ट्रीट कीजिए रादर देन गोइंग टू द फाइनल स्टेजेस। मतलब आपके कहने का मतलब है कि ये लिंगर ऑन करते हैं सही समय पे डॉक्टर, अगर उनको उसको कह भी दिया जाए कि डॉक्टर के पास जाए, क्योंकि जैसे आपने कहा कि फीमेल सर्जन बहुत कम हैं, तो वो जाती नहीं है वहां पर। हाँ जी सर। तो डॉक्टर साहब, तो आपके बड़ा पर्सनल सा क्वेश्चन है जी, एक आपने सर्जन हैं आप, नॉर्मली देखा गया है जो लड़कियां होती हैं वो स्किन रेडियोलॉजी या ये क्या कहते हैं रेडियो डायग्नोसिस, ये वाली ब्रांच लेना पसंद करती हैं, या फिर बहुत हो तो गायनी की। तो आपने सर्जन आप क्यों बनने की क्या वजह है? सर, इसका वन एंड द ओनली रीजन इज माय फादर। उनको सिर्फ एक ही चीज लगती थी कि भी जो किसी की प्रॉब्लम है ना, उनको लिंगर ऑन वाली कोई चीज अच्छी नहीं लगती थी, तो उन्होंने बोला कि नहीं, सर्जन बनना है। एंड दूसरी चीज, ऑब्वियसली कंपटीशन हमेशा शुरू से ही अंदर रहा है कि अगर why only males are there in the surgery field, why not females? So I wanted to create a niche in this surgery field कि नहीं, females भी कुछ कर सकती हैं। तो अगर हम बात करें अमृतसर की, तो मेरे ख्याल से आप पहली महिला सर्जन होगी जो डॉक्टर लेप्रोस्कोपिक सर्जन। डेफिनेटली मैं पहली हूँ। तो आप लेप्रोस्कोपी सर्जरी भी कर रही हैं। सर। तो डॉक्टर, अगर हम बात करें ब्रेस्ट कैंसर और सर्विक कैंसर की, तो आप बताएंगे भी ये क्यों बढ़ रहा है, क्या कारण है इसके? सर, ब्रेस्ट और सर्वाइकल कैंसर बढ़ने के काफ़ी कारण हैं। जेनेटिकल फैक्टर्स हैं, एनवायरमेंटल फैक्टर्स हैं, जिसमें अगर हम जंक फूड की बात करें, पेस्टिसाइड्स की इन्वॉल्वमेंट है, और स्टेज अगर वाइज बात करूं तो वन ऑफ द फैक्टर्स इज इग्नोरेंस, कि प्राइमरी स्टेज में नहीं पकड़ते हैं लोग। जी जी जी। एंड एडवांस स्टेजेस में आ रहे हैं। तो डॉक्टर साहब, आप जैसे ये आपने ये सेंटर की शुरुआत की है, तो आपका बेसिकली मकसद क्या रहेगा? आप एक तो पार्ट हो गया जो डॉक्टर साहब ट्रीट करेंगे साइकेट्रिस्ट का,
और दूसरा आप किस तरह से पेशेंट को ट्रीट करेंगे? सर वही हम एक तरह का ये होलिस्टिक अप्रोच है कि ज़्यादातर फीमेल्स को जो भी कोई प्रॉब्लम है, बी इट मेंटल, बी इट सेक्सुअल, या जैसे हमने अभी आप बताया कि जो फर्स्ट नाइट वाली जैसे कोई प्रॉब्लम है, तो उसमें फीमेल को आई थिंक ज़्यादा उस फैमिली में एडजस्ट करना पड़ता है, पहले उस चीज़ का स्ट्रेस। दूसरा, अगर हम देखा जाए तो काफ़ी फीमेल्स को अपने खुद के सेक्सुअल हेल्थ के, सेक्सुअल ऑर्गन्स के बारे में नहीं पता है। डिस्पाइट ऑफ गूगल एवरीथिंग, बहुत इग्नोरेंस है अभी भी इस मामले में। एंड डेफिनेटली थ्रू आवर दिस वेंचर वी वांट टू हैव अ स्टेप इन दिस कि ये इग्नोरेंस दूर की जाए। तो इसकी इग्नोरेंस की डॉक्टर साहब वजह क्या है? क्या इलिटरेसी है या लैक ऑफ ओपननेस? मैं बोलूंगी कल्चर और लैक ऑफ ओपननेस नहीं है, क्योंकि अभी भी चाहे जो मर्जी है, हमारे घरों में ये ओपनली बात नहीं की जाती अबाउट सेक्सुअल हेल्थ। जी, वो जबकि कहा जाता है कि पढ़ाना शुरू करें सब्जेक्ट इसको, लेकिन वो अब काफ़ी ये चर्चा का विषय रहा, डिस्कशन रही है, लेकिन ये अभी तक इम्प्लीमेंट नहीं हो पाया। अभी इतना ओपन नहीं हुआ है। अच्छा डॉक्टर साहब, अगर हम ये बात करें, जैसे कि आपने कहा कि बेबी प्रोड्यूस नहीं कर पाते हैं, काउंसलिंग से, जैसे फीमेल्स की काउंसलिंग बड़ी इंपॉर्टेंट होती है दोनों की, तो एक तरफ तो डॉक्टर साहब है, तो उससे कितना फ़र्क पड़ जाता है? सर डेफिनेटली काउंसलिंग से बहुत फ़र्क पड़ता है, क्योंकि काउंसलिंग से ही धीरे धीरे लोगों का मेंटल वो ठीक होता है, और अगर मेंटल सेटअप ठीक होगा तो उनका हार्मोनल इम्बैलेंस ठीक होगा। सो दिस इज ऑल म्यूचुअल थिंग। तो डॉक्टर साहब, हम हमारी तरफ से आपको शुभकामनाएं, आपका जो ये वेंचर है बहुत चले और मरीजों को, खास करके अमृतसर के लोगों को इसका फ़ायदा मिले। तो आप कुछ और मैसेज देना चाहें? मैं यही मैसेज अपने दर्शकों को देना चाहूँगी कि क्योंकि आपके अमृतसर शहर में ये पहला सेंटर ऐसा खुला है, तो काइंडली इसको आप ओपनली जो भी आपने बात करनी है, बी इट रिलेटेड टू एनीथिंग, कोई भी मेंटल या सेक्सुअल या फिजिकल हेल्थ, तो आप यहाँ पर आइए और अवेल कीजिए यहाँ की जो अपॉर्चुनिटीज़ हैं। सो अमृतसर के लोगों के लिए एक ही छत के नीचे साइकेट्रिस्ट, फीमेल सर्जन, a team of psychologists, dietitian, physiotherapist and in-house lab facilities सभी अवेलेबल होंगी। धन्यवाद हमारे साथ बात करने के लिए। ये थी डॉक्टर दर्पण बांसल। पहले हमने डॉक्टर हरजोत सिंह मक्कर से बात की है, भी इनका ये वेलनेस, वुमेन वेलनेस सेंटर आखिरकार एक साइकेट्री सेंटर में खोलने का क्या मकसद था। इनका ये कहना है कि बहुत से लोग ऐसे हैं जो डिप्रेशन के कारण बेबी प्रोड्यूस नहीं कर पाते हैं। शादी के बाद महिलाएं, खास करके जो लड़कियां होती थी, वो किसी मेल डॉक्टर के पास जाना पसंद नहीं करती थी। अब इसी को लेकर इन्होंने एक जॉइंट वेंचर शुरू किया है ताकि लोगों को एक ही छत के नीचे तमाम सुविधाएं मिल सकें। अमृतसर से D4 न्यूज़ के लिए दीपक भंडारी की खास रिपोर्ट।